Dr. Ravi Garg, Director Pioneer Immigration, CICC member authorized by Canadian Government and Canadian Embassy ਵੱਲੋਂ ਸਾਰਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਸਭ ਤੋਂ ਪਹਿਲਾਂ ਇਹ ਕਿ ਸਾਰੇ ਜਿਹੜੇ ਆਫਿਸਿਸ ਨੇ ਸਾਡੇ ਇੰਡੀਆ ਵਿੱਚ ਔਰ ਈਵਨ ਕੈਨੇਡਾ ਦੇ ਵਿੱਚ ਵੀ ਉੱਥੇ ਸਟਾਫ ਦੀ ਜ਼ਰੂਰਤ ਰਹਿੰਦੀ ਹੈਗੀ ਹੈ, ਓਨੈਸਟ, ਸਿੰਸੀਅਰ, ਹਾਰਡ ਵਰਕਿੰਗ ਪੀਪਲ। ਇਹ ਕੰਡੀਸ਼ਨ ਜ਼ਰੂਰੀ ਨੇ। ਕਿਸੇ ਨੂੰ ਜੋਬ ਦੀ ਜ਼ਰੂਰਤ ਹੋਵੇ ਤਾਂ ਸਾਡੇ ਆਫਿਸਿਸ ਦੇ ਵਿੱਚ ਕੰਟੈਕਟ ਕਰ ਲੈਣ। ਉੱਥੇ ਸਾਡੇ ਛੋਟੇ ਛੋਟੇ ਟੈਸਟ ਹੈਗੇ ਨੇ, ਉਹ ਸਾਰਾ ਚੈਕਿੰਗ ਕਰਕੇ ਅਗਰ ਸੂਟੇਬਲ ਹੋਏਗਾ ਤਾਂ ਵੈਲਕਮ। ਔਰ ਉਹੀ ਕਿ ਪਾਇਨੀਅਰ ਇਮੀਗ੍ਰੇਸ਼ਨ 2003 ਤੋਂ 100% ਓਨੈਸਟੀ, ਟਰਾਂਸਪੇਰੈਂਸੀ ਔਰ ਕੇਅਰ ਔਰ ਐਕਸਪਰਟੀਜ਼ ਮੈਕਸੀਮਮ ਪੋਸੀਬਲ। ਬਹੁਤ ਧਿਆਨ, ਖਿਆਲ, ਬੱਚਿਆਂ ਦੇ ਫਿਊਚਰ ਦਾ ਸਵਾਲ ਹੈ, ਕੈਰੀਅਰ ਦਾ ਸਵਾਲ ਹੈ। ਬਹੁਤ ਜ਼ਿਆਦਾ ਬੱਚੇ ਜਿਹੜੇ ਸਟੂਡੈਂਟਸ ਵੀ ਬਹੁਤ ਜ਼ਿਆਦਾ ਸੈਂਸਿਟਿਵ ਮੈਟਰ ਹੈਗਾ, ਬਹੁਤ ਜ਼ਿਆਦਾ ਇੱਛੁਕ ਹੁੰਦੇ ਨੇ ਔਰ ਸੈਂਸਿਟਿਵ ਹੁੰਦੇ ਨੇ ਇਸ ਮੈਟਰ ਨੂੰ ਲੈ ਕੇ, ਆਪਣੇ ਵੀਜ਼ਾ ਨੂੰ ਲੈ ਕੇ। ਔਰ ਆਫਕੋਰਸ ਵਿਜ਼ਿਟਰ ਵੀਜ਼ਾ ਵੀ, ਸੁਪਰ ਵੀਜ਼ਾ ਜਿਹੜੇ ਪੇਰੈਂਟਸ, ਗ੍ਰੈਂਡ ਪੇਰੈਂਟਸ ਵਾਸਤੇ 2 ਸਾਲ ਦੇ ਕਰੀਬ ਦੀ ਜਿਹੜੀ ਹੈਗੀ ਹੈ ਰਹਿ ਸਕਦੇ ਨੇ ਇੱਥੇ ਕੈਨੇਡਾ ਦੇ ਵਿੱਚ। ਜਿਨ੍ਹਾਂ ਦੇ ਬੱਚੇ PR ਜਾਂ ਸਿਟੀਜ਼ਨ ਨੇ, ਉਹ ਆਪਣੇ ਜਿਹੜੇ ਬੱਚੇ ਨੇ ਆਪਣੇ ਪੇਰੈਂਟਸ, ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ 'ਤੇ ਬੁਲਾ ਸਕਦੇ। ਸੋ ਸੁਪਰ ਵੀਜ਼ਾ ਵਾਲੇ, ਸਪਾਊਸ ਵੀਜ਼ਾ, ਜਿਨ੍ਹਾਂ ਦਾ ਸਪਾਊਸ ਇੱਥੇ ਕੈਨੇਡਾ ਦੇ ਵਿੱਚ ਸਟੱਡੀ ਪਰਮਿਟ 'ਤੇ ਹੈ, ਵਰਕ ਪਰਮਿਟ 'ਤੇ ਹੈ, ਉਹ ਆਪਣੇ ਸਪਾਊਸ ਨੂੰ, ਹਸਬੈਂਡ ਵਾਈਫ ਨੂੰ ਬੁਲਾ ਸਕਦੇ ਨੇ ਕੈਨੇਡਾ ਦੇ ਵਿੱਚ। ਔਰ ਇਹ ਸਾਰੇ ਜਿਹੜੇ ਬੜੇ ਸੈਂਸਿਟਿਵ ਮੈਟਰ ਨੇ, ਅਸੀਂ ਬੜਾ ਧਿਆਨ ਦਿੰਦੇ ਹਾਂ। 100% ਓਨੈਸਟੀ, ਟਰਾਂਸਪੇਰੈਂਸੀ ਦਾ ਮਤਲਬ ਇਹ ਕਿ, ਔਰ ਅਨਫੋਰਚੂਨੇਟਲੀ ਫਿਰ ਯਾਦ ਦਿਵਾਵਾਂ ਕਿ ਬਹੁਤ ਸਾਰੀ, ਇਟ ਇਜ਼ ਵੈਰੀ ਅਨਫੋਰਚੂਨੇਟ, ਬਹੁਤ ਸਾਰੇ ਲੋਕਾਂ ਨੂੰ ਠੱਗੀ ਦਾ, ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ। ਜ਼ਿਆਦਾਤਰ ਨੂੰ ਪਤਾ ਹੀ ਨਹੀਂ ਕਿ ਸਾਡੀ ਫਾਈਲ ਦੇ ਵਿੱਚ ਕੀ ਲੱਗਿਆ ਸੀਗਾ। ਔਰ ਮੈਨੂੰ ਬੜੇ ਸਾਰੇ ਮਿਲਦੇ ਨੇ ਲੋਕ, ਔਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਫਾਈਲ ਦੇ ਵਿੱਚ ਕਿਹੜੇ ਡਾਕੂਮੈਂਟ ਲੱਗੇ ਸੀ, ਫਾਰਮਸ ਦੇ ਵਿੱਚ ਕੀ ਭਰਿਆ ਸੀਗਾ। ਇਟ ਇਜ਼ ਸੋ ਅਨਫੋਰਚੂਨੇਟ, ਕਿਉਂਕਿ ਅਸੀਂ ਜਦੋਂ ਫਾਈਲ ਬਣਾਉਂਦੇ ਹੈਗੇ ਹਾਂ ਅਤੇ ਸਾਰੀ ਇਨਫੋਰਮੇਸ਼ਨ ਪਹਿਲਾਂ ਕਲਾਇੰਟਸ ਕੋਲੋਂ ਲੈਂਦੇ ਹੈਗੇ ਹਾਂ। ਨੈਚੁਰਲ ਫੈਮਿਲੀ ਇਨਫੋਰਮੇਸ਼ਨ, ਐਜੂਕੇਸ਼ਨ ਵਗੈਰਾ ਸਾਰੀ ਜਿਹੜੀ ਹੈਗੀ ਅਸੀਂ ਉਹਨਾਂ ਤੋਂ ਲੈਣੀ ਹੈ ਔਰ ਉਸੇ ਦੇ ਮੁਤਾਬਿਕ ਫਾਰਮਸ ਦੇ ਵਿੱਚ ਭਰਨੀ ਹੈ। ਔਰ ਫਾਰਮਸ ਦੀ ਕਾਪੀ ਕਲਾਇੰਟਸ ਨੂੰ ਦਿਖਾ ਦੇਣੀ ਹੈ, ਸਾਈਨ ਕਰਾ ਲੈਣੇ ਹੈ ਔਰ ਇੱਕ ਕਾਪੀ ਦੇ ਦੇਣੀ ਹੈ ਬਾਈ ਈਮੇਲ ਜਾਂ ਹਾਰਡ ਕਾਪੀ। ਔਰ ਇਸ ਦੇ ਵਿੱਚ ਛਪਾਉਣ ਵਾਲੀ ਜਾਂ ਕੁਛ ਵੀ ਇਸ ਤਰ੍ਹਾਂ ਦੀ ਗੱਲ ਤਾਂ ਹੈ ਹੀ ਨਹੀਂ। ਔਰ ਬਲਕਿ ਗੌਰਮੈਂਟ ਇਹ ਕਹਿੰਦੀ ਹੈਗੀ ਹੈ, ਕੈਨੇਡਾ ਅੰਬੈਸੀ, ਕੈਨੇਡਾ ਗੌਰਮੈਂਟ, ਕਿ ਟਰਾਂਸਪੇਰੈਂਸੀ ਤਾਂ ਜ਼ਰੂਰੀ ਹੈਗੀ ਹੈ। ਔਰ ਇੱਕ ਚੀਜ਼ ਨੋਟ ਕਰਨ ਵਾਲੀ ਹੈਗੀ ਹੈ ਕਿ ਕੱਲ੍ਹ ਨੂੰ ਕੋਈ ਵੀ ਕੰਸਲਟੈਂਟ ਕੁਛ ਗਲਤ ਲਿਖ ਦੇਵੇ ਫਾਈਲ ਦੇ ਵਿੱਚ, ਅਤੇ ਕੱਲ੍ਹ ਨੂੰ ਕਲਾਇੰਟ ਨੂੰ, ਜਿਹੜੇ ਐਪਲੀਕੈਂਟ ਨੇ, ਉਹਨਾਂ ਨੂੰ ਇਹ ਗੱਲ ਕਹਿਣ ਨੂੰ ਜਗ੍ਹਾ ਨਹੀਂ ਹੁੰਦੀ ਕਿ ਸਾਡੇ ਕੰਸਲਟੈਂਟ ਨੇ ਕੁਛ ਗਲਤ ਕਰ ਦਿੱਤਾ, ਅਸੀਂ ਉਸ ਦੇ ਵਾਸਤੇ ਜ਼ਿੰਮੇਦਾਰ ਨਹੀਂ ਹੈਗੇ। ਕਿਉਂਕਿ ਰੂਲ ਦੇ ਮੁਤਾਬਿਕ ਕੰਸਲਟੈਂਟ ਦਾ ਕੀਤਾ ਹੋਇਆ ਜਿਹੜਾ ਹੈਗਾ ਉਹ ਐਪਲੀਕੈਂਟ ਦਾ ਕੀਤਾ ਹੋਇਆ ਮੰਨਿਆ ਜਾਂਦਾ ਹੈ। ਐਪਲੀਕੈਂਟ ਮੰਨਦਾ ਹੈਗਾ ਕਿ ਮੈਂ ਜਿਹੜੀ ਫਾਈਲ ਲਾਈ ਹੈ, ਮੇਰੇ ਕੰਸਲਟੈਂਟ ਨੇ ਸਾਰਾ ਮੇਰੇ ਦੁਆਰਾ, ਮੇਰੇ ਤੋਂ ਦਿੱਤੀ ਹੋਈ ਸਾਰੀ ਇਨਫੋਰਮੇਸ਼ਨ ਨੂੰ ਹੀ ਭਰਿਆ ਹੈਗਾ। ਸੋ ਪਹਿਲਾਂ ਹੀ ਅਲਰਟ ਰਹਿਣਾ, ਕੇਅਰ ਕਰਨੀ ਹੈ। ਆਫਕੋਰਸ ਐਕਸਪਰਟਸ ਜਿਹੜੇ ਨੇ, ਤੁਹਾਡੀ ਜਿਹੜੀ ਸਾਡੀ ਹੁਣ 2003 ਤੋਂ ਕੰਪਨੀ ਦਾ ਬਹੁਤ ਜ਼ਿਆਦਾ ਤਜਰਬਾ ਹੈਗਾ, ਵਨ ਆਫ ਦਾ ਟਾਪ ਫਿਊ ਇਨ ਇੰਡੀਆ ਵਿਦ ਗॉड्स ਗ੍ਰੇਸ ਐਂਡ ਤੁਹਾਡੀ ਵੈਲਿਊ ਕਰਕੇ ਬਹੁਤ ਹਾਈ ਪੋਜੀਸ਼ਨ। ਲੇਕਿਨ ਇਸ ਗੱਲ ਦਾ ਫਿਰ ਵੀ ਜ਼ਰੂਰੀ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਸਾਰੀ ਗੱਲਬਾਤ ਦਾ, ਫਾਈਲ ਦੀ ਜਿਹੜੀ ਕੰਟੈਂਟਸ ਦਾ, ਕਿ ਕੀ ਭਰਦੇ ਪਏ। ਸੋ ਇਹ ਸਾਡੀ 100% ਜਿਹੜੀ ਹੈ ਗਰੰਟੀ ਓਨੈਸਟੀ ਦੀ, ਟਰਾਂਸਪੇਰੈਂਸੀ ਦੀ। ਔਰ ਖ਼ਾਸ ਤੌਰ 'ਤੇ ਇਸ ਦਾ ਵੀ ਧਿਆਨ ਦੇਣਾ ਹੈ ਕਿ ਵੀਜ਼ਾ ਦੀ ਗਰੰਟੀ ਕੋਈ ਵੀ ਕੰਸਲਟੈਂਟ ਨਹੀਂ ਦੇ ਸਕਦਾ ਲੀਗਲੀ ਆਥੋਰਾਈਜ਼ਡ, ਜਿਨ੍ਹਾਂ ਨੂੰ ਗੌਰਮੈਂਟ ਦੇਖਦੀ ਪਈ ਹੈ, ਜਿਹੜੇ ਗੌਰਮੈਂਟ ਤੋਂ ਰੈਗੂਲੇਟਡ ਨੇ। ਜਿਹੜੇ ਅਨਰੈਗੂਲੇਟਡ ਦਾ ਮਤਲਬ ਹੈ ਹੀ ਫਰਾਡੀ ਨੇ, ਉਹ ਤਾਂ ਜੋ ਮਰਜ਼ੀ ਕਰ ਸਕਦੇ ਨੇ ਔਰ ਗਰੰਟੀ ਵੀ ਦੇ ਦੇਣਗੇ ਔਰ ਕੁਛ ਵੀ ਗਲਤ ਕਰ ਦੇਣਗੇ। ਸੋ ਉਹ ਪਹਿਲਾਂ ਜਿਸ ਤਰ੍ਹਾਂ ਮਰਜ਼ੀ ਦੇ ਗਲਤ ਵਾਅਦੇ, ਝੂਠੇ ਵਾਅਦੇ ਕਰ ਦੇਣਗੇ, ਬਾਅਦ ਦੇ ਵਿੱਚ ਮੁੱਕਰ ਜਾਣਗੇ। ਕੋਈ ਉਹਨਾਂ ਦੇ ਉੱਪਰ ਰੋਕ ਟੋਕ ਨਹੀਂ, ਕੋਈ ਉਹਨਾਂ ਨੂੰ ਫੜਨ ਵਾਲਾ ਨਹੀਂ। ਔਰ ਅਨਫੋਰਚੂਨੇਟਲੀ ਇੱਕ ਹੋਰ ਗੱਲ ਹੈਗੀ ਹੈ ਕਿ ਜਿਹੜੇ ਜੈਨੂਅਨ ਕੰਸਲਟੈਂਟ ਨੇ, ਉਹਨਾਂ ਨੂੰ ਤਾਂ ਕਿਸੇ ਵੀ ਹਾਇਰ ਅਥਾਰਟੀਜ਼ ਨੂੰ ਮਿਲਣ ਦੀ ਜ਼ਰੂਰਤ ਹੀ ਨਹੀਂ ਪੈਂਦੀ।
ਅਸੀਂ ਰੱਬ ਦੀ ਕਿਰਪਾ ਨਾਲ ਕਿੰਨੇ ਸਾਲ ਦਾ ਕਦੇ ਕੋਈ ਵਾਹ ਹੀ ਨਹੀਂ ਹੁੰਦਾ ਕਿਸੇ ਵੀ ਅਥਾਰਟੀਜ਼ ਨਾਲ ਮਿਲਣ ਦਾ, ਕਿਉਂਕਿ ਸਾਫ ਸੁਥਰਾ ਕੰਮ ਕਰਨਾ, ਸਿੱਧੀ ਗੱਲ ਕਰਨੀ, ਕੋਈ ਪ੍ਰੋਬਲਮ ਨਹੀਂ। ਲੇਕਿਨ ਜਿਹੜੇ ਇਸ ਤਰ੍ਹਾਂ ਦੇ ਮਾੜੇ ਕੰਸਲਟੈਂਟ ਹੁੰਦੇ ਨੇ ਜਿਨ੍ਹਾਂ ਨੇ ਗਲਤ ਕੰਮ ਕਰਨੇ ਹੁੰਦੇ ਆ, ਉਹਨਾਂ ਦੇ ਬੜੇ ਲਿੰਕਸ ਉਹਨਾਂ ਨੇ ਬਣਾਏ ਹੁੰਦੇ ਆ, ਉਹਨਾਂ ਨੂੰ ਲੋੜ ਪੈਂਦੀ ਹੈ। ਸੋ ਟੇਕ ਕੇਅਰ ਆਫ ਦਿਸ। ਔਰ ਇਸੇ ਕਰਕੇ ਚੰਗੇ ਸਟਾਫ, ਓਨੈਸਟ, ਸਿੰਸੀਅਰ, ਜੈਨੂਅਨ, ਵਧੀਆ ਹਾਰਡ ਵਰਕਿੰਗ ਸਟਾਫ ਦੀ ਜ਼ਰੂਰਤ ਵੈਲਕਮ। ਔਰ ਹੁੰਦੇ ਵੀ ਬੜੇ ਘੱਟ ਨੇ। ਇਹ ਵੀ ਬੜੀ ਅਨਫੋਰਚੂਨੇਟ ਗੱਲ ਹੈਗੀ ਹੈ ਕਿ ਮੇਰੇ 20 ਸਾਲ ਦੇ ਤਜਰਬਾ ਅਤੇ ਇਸ ਦੇ ਵਿੱਚ ਹੋ ਗਿਆ, ਇਸ ਫੀਲਡ ਦੇ ਵਿੱਚ, ਇਮੀਗ੍ਰੇਸ਼ਨ ਫੀਲਡ ਵਿੱਚ, ਔਰ ਤਕਰੀਬਨ 10 ਸਾਲ ਦਾ ਡਾਕਟਰੀ ਦੇ ਵਿੱਚ, ਇੰਨੇ ਵੱਡੇ ਤਜਰਬੇ ਦੇ ਵਿੱਚ ਮੈਂ ਦੇਖਿਆ ਕਿ ਓਨੈਸਟ, ਸਿੰਸੀਅਰ ਬੰਦੇ ਮਿਲਣਾ ਬਹੁਤ ਘੱਟ, ਬਹੁਤ ਹੀ ਔਖਾ ਕੰਮ ਹੈਗਾ। ਜਦੋਂ ਕਿ ਸਾਡੇ ਨਾਲ ਬੈਠੇ ਹੋਏ 5-5, 10-10 ਸਾਲ, 6-6 ਸਾਲ ਹੋ ਜਾਂਦਾ ਹੈਗਾ, ਮੇਰੇ ਨਾਲ ਬੈਠਦਿਆਂ ਨੂੰ ਕਿੰਨੇ ਸਟਾਫ ਮੈਂਬਰਸ ਹੁੰਦੇ ਨੇ ਜਿਹੜੇ ਦੇਖਦੇ ਨੇ ਕਿ ਅਸੀਂ ਬਿਲਕੁਲ ਓਨੈਸਟੀ ਨਾਲ ਵਧੀਆ ਕੰਮ ਕਰਦੇ ਹਾਂ, ਟਰਾਂਸਪੇਰੈਂਸੀ, ਲੇਕਿਨ ਫਿਰ ਵੀ ਬਹੁਤ ਸਾਰੇ ਮੈਂ ਦੇਖਿਆ ਕਿ ਅਸੀਂ ਉਹਨਾਂ ਨੂੰ ਸਮਝਾਈਦਾ ਹੈ ਔਰ ਖਿਆਲ ਰੱਖੀਦਾ ਹੈ। ਹੋਰ ਵੀ ਕੰਸਲਟੈਂਟਸ ਨਾਲ ਗੱਲ ਹੁੰਦੀ ਹੈ, ਬੜੇ ਕੰਸਲਟੈਂਟਸ ਵੀ, ਔਰ ਸਾਰੀ ਕੰਪਨੀਆਂ ਹੀ ਇਸ ਗੱਲ ਤੋਂ ਬੜੀ ਪਰੇਸ਼ਾਨ ਹੁੰਦੀਆਂ ਨੇ। ਸੋ ਅਗਰ ਕੋਈ ਕਿਸੇ ਨੂੰ ਲੋੜ ਹੈ ਜੋਬ ਦੀ, ਅਗਰ ਓਨੈਸਟ ਹੈ, ਵੈਲਕਮ। ਵੀਜ਼ਾ ਸਕਸੈਸ ਰੇਟ ਬੜੀ ਅੱਛੀ ਗੱਲ ਇਹ ਹੈਗੀ ਹੈ ਕਿ ਬਹੁਤ ਹਾਈ ਚੱਲਦਾ ਪਿਆ ਕੈਨੇਡਾ ਦਾ। ਹਾਲਾਂਕਿ ਐਪਲੀਕੇਸ਼ਨਾਂ ਬਹੁਤ ਪੈਂਡਿੰਗ ਨੇ ਔਰ ਐਪਲੀਕੈਂਟ ਬਹੁਤ ਜ਼ਿਆਦਾ ਨੇ। ਮਤਲਬ ਇਹ ਕਿ ਜਿੰਨੀ ਇਹਨਾਂ ਨੂੰ ਜ਼ਰੂਰਤ ਆ ਉਸ ਤੋਂ ਕਈ ਗੁਣਾ ਜ਼ਿਆਦਾ ਸਟੂਡੈਂਟਸ ਔਰ ਵੀਜ਼ਾ ਸੀਕਰਸ ਜਿਹੜੇ ਨੇ, ਵੀਜ਼ਾ ਲੈਣ ਵਾਲੇ ਨੇ, ਉਹ ਹੈਗੇ ਨੇ। ਲੇਕਿਨ ਫਿਰ ਵੀ ਸਕਸੈਸ ਰੇਟ ਜਿਹੜਾ ਹੈਗਾ ਬਹੁਤ ਹਾਈ, ਕਿਉਂਕਿ ਇਹਨਾਂ ਨੇ ਛਾਂਟੀ ਵੀ ਕਰ ਦਿੱਤੀ ਕੁਛ, ਜਿਸ ਤਰ੍ਹਾਂ ਕਿ 5.5 ਬੈਂਡ ਵਾਲਿਆਂ ਨੂੰ ਕਾਫੀ ਟਾਈਮ ਤੋਂ, ਮੋਰ ਦੈਨ 6 ਮੰਥਸ ਹੋ ਗਏ ਨੇ, 7 ਮਹੀਨੇ ਦੇ ਕਰੀਬ ਹੋ ਗਏ ਨੇ, ਵੀਜ਼ਾ ਨਹੀਂ ਦਿੰਦੀ ਕੈਨੇਡਾ ਅੰਬੈਸੀ ਜਿਹੜੀ ਹੈਗੀ ਹੈ ਸਟੱਡੀ ਵੀਜ਼ਾ। ਸੋ ਟੇਕ ਕੇਅਰ। 5.5 ਵਾਲਿਆਂ ਨੇ ਫਾਈਲ ਨਹੀਂ ਲਗਾਉਣੀ ਅੰਬੈਸੀ ਦੇ ਵਿੱਚ। ਇੰਪਰੂਵਮੈਂਟ ਕਰਕੇ ਅਗਰ ਰਾਈਟਿੰਗ ਅਤੇ ਸਪੀਕਿੰਗ ਦੇ ਵਿੱਚ ਹੈਗੇ ਨੇ 5.5, ਅਤੇ ਰੀਵੈਲੂਏਸ਼ਨ, ਰੀਚੈਕਿੰਗ ਵੀ ਭਰ ਸਕਦੇ ਹੋ। ਕਾਫੀ ਸਾਰੇ ਲੋਕਾਂ ਦੀ ਇੰਪਰੂਵਮੈਂਟ ਹੋ ਜਾਂਦੀ ਹੈ। ਔਰ ਅਦਰਵਾਈਜ਼ ਜਿਹੜਾ ਹੈ ਹੋਰ ਟੈਸਟ ਲੈ ਕੇ 6 ਈਚ ਔਰ ਹਾਇਰ ਦੇ ਨਾਲ ਕਰਨਾ। ਅੱਛੀ ਗੱਲ ਹੈ ਕਿ ਚੰਗੀ ਖੁਸ਼ਖਬਰੀ ਕਿ ਪੋਸਟ ਗ੍ਰੈਜੂਏਟ ਪ੍ਰੋਗਰਾਮ, ਗ੍ਰੈਜੂਏਟਸ ਜਿੰਨੇ ਵੀ ਨੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਵਾਸਤੇ ਜਾਣਾ ਚਾਹੀਦਾ ਹੈਗਾ, ਪੋਸਟ ਸੈਕੰਡਰੀ ਵਾਸਤੇ ਨਹੀਂ ਜਾਣਾ ਚਾਹੀਦਾ। ਔਰ ਉਸ ਦੇ ਵਾਸਤੇ ਰਿਕੁਆਇਰਮੈਂਟ ਜਿਹੜੀ ਪੋਸਟ ਸੈਕੰਡਰੀ 12ਵੀਂ ਵਾਲੇ ਬੱਚਿਆਂ ਵਾਸਤੇ ਪ੍ਰੋਗਰਾਮ ਨੇ, ਉਹਨਾਂ ਦੀ ਰਿਕੁਆਇਰਮੈਂਟ 6 ਈਚ ਹੈਗੀ ਹੈ। ਲੇਕਿਨ ਜਿਹੜੇ ਗ੍ਰੈਜੂਏਟ ਨੇ ਉਹਨਾਂ ਨੂੰ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਵਾਸਤੇ 6.5 ਨਾਟ ਲੈਸ ਦੈਨ 6। ਲੇਕਿਨ ਕੁਝ ਕਾਲਜਿਸ ਦੀ ਘੱਟ ਸੀਗੀ 6 ਈਚ, ਅਤੇ 6 ਈਚ ਵਾਲਿਆਂ ਦੇ ਵੀ ਜਿਹੜੇ ਹੈ ਬੜੇ ਰੇਅਰ ਕੁਝ ਕਾਲਜਿਸ ਦੀ ਹੀ ਰਿਕੁਆਇਰਮੈਂਟ ਹੈ ਜਿਹੜੀ 6.5 ਨਾ ਹੋਣ ਦੇ ਬਾਵਜੂਦ 6 ਈਚ ਦੇ ਨਾਲ ਵੀ PG ਪੋਸਟ ਗ੍ਰੈਜੂਏਟ 'ਚ ਐਡਮਿਸ਼ਨ ਦੇ ਦਿੰਦੇ ਨੇ। ਅਤੇ 6 ਈਚ ਦੇ ਨਾਲ ਸਾਡੇ ਕੁਝ ਵੀਜ਼ਾਸ ਆਏ ਨੇ, ਬੜੀ ਅੱਛੀ ਗੱਲ ਹੈਗੀ ਹੈ। ਔਰ ਇਹ ਜਿਹੜੀ ਹੈਗੀ ਹੈ 6 ਈਚ ਵਾਲੇ ਜਿਹੜੇ ਨੇ, ਨਾਟ 5.5, ਕਿਸੇ ਵਿੱਚ ਵੀ ਨਹੀਂ ਹੋਣੇ ਚਾਹੀਦੇ, 6 ਈਚ ਔਰ ਹਾਇਰ ਨੇ, ਵੈਲਕਮ। ਅਤੇ ਵੀਜ਼ਾ ਸਕਸੈਸ ਰੇਟ ਇਜ਼ ਗੁੱਡ। ਇੱਕ ਜਿਹੜੀ ਹੈਗੀ ਹੈ ਸਤੰਬਰ ਵਾਸਤੇ ਜਿਹੜੀ ਹੈਗੀ ਹੈ ਸੀਟਸ, ਜਿਸ ਤਰ੍ਹਾਂ ਮੈਂ ਕਿਹਾ ਕਾਫੀ ਰਸ਼ ਚੱਲਦਾ ਪਿਆ ਹੈਗਾ ਅਤੇ ਆਲਮੋਸਟ ਫੁੱਲ ਹੋ ਗਿਆ ਇਸ ਵਕਤ। ਜਿਹੜਾ ਮਾਰਚ ਦੇ ਵਿੱਚ ਆਮ ਤੌਰ 'ਤੇ ਸਤੰਬਰ ਦੀਆਂ ਐਡਮਿਸ਼ਨਸ ਸ਼ੁਰੂ ਹੁੰਦੀਆਂ ਸੀਗੀਆਂ ਪਹਿਲਾਂ, ਲੇਕਿਨ ਇਸ ਸਾਲ ਦੀ ਗੱਲ ਇਹ ਹੈਗੀ ਹੈ ਕਿ ਇੱਕ ਤਾਂ ਕਰੋਨਾ ਕਰਕੇ ਡੈਫਰਮੈਂਟਾਂ ਕਾਫੀ ਹੋ ਰਹੀਆਂ ਨੇ, ਅਤੇ ਸੀਟਾਂ ਕਾਲਜਾਂ ਦੀਆਂ ਲੈ ਲਈਆਂ। ਡੈਫਰਮੈਂਟ ਵਾਲੇ ਕੇਸਿਸ ਨੇ ਜਿਨ੍ਹਾਂ ਦੇ ਮੰਨ ਲਓ ਕਿ ਜਨਵਰੀ ਵਿੱਚ ਨਹੀਂ ਲੱਗਿਆ ਵੀਜ਼ਾ, ਔਰ ਹਾਲੇ ਪ੍ਰੋਸੈਸ ਲੰਬਾ ਸੀਗਾ, ਕਿਉਂਕਿ ਇਸ ਵਕਤ ਵੀ ਪ੍ਰੋਸੈਸਿੰਗ ਟਾਈਮ ਅੰਬੈਸੀ ਦਾ ਤਕਰੀਬਨ 4 ਮੰਥਸ ਚੱਲਦਾ ਪਿਆ ਹੈਗਾ, 4 ਮਹੀਨੇ। ਅਤੇ ਅੰਬੈਸੀ ਨੇ, ਕੈਨੇਡਾ ਗੌਰਮੈਂਟ ਨੇ ਅੰਬੈਸੀ ਨੂੰ ਫੰਡਸ ਵੀ ਜਿਹੜੇ ਹੈ ਕੀਤੇ ਨੇ ਅਲਾਟ, ਔਰ ਉਸ ਦੇ ਨਾਲ ਸਟਾਫ ਵਗੈਰਾ ਹੋਰ ਹਾਇਰ ਕਰਨ ਦੀ ਇੰਸਟਰਕਸ਼ਨ, ਜਿਸ ਦੇ ਨਾਲ ਜਿਹੜਾ ਹੈਗਾ ਪ੍ਰੋਸੈਸਿੰਗ ਟਾਈਮ ਨੂੰ ਲੈਸ ਦੈਨ 60 ਡੇਜ਼, 60 ਦਿਨ ਤੋਂ 2 ਮਹੀਨੇ ਤੋਂ ਘੱਟ ਵਾਸਤੇ ਇੰਸਟਰਕਸ਼ਨਸ ਕਿ ਹੋਣਾ ਚਾਹੀਦਾ ਹੈਗਾ। ਫਿਲਹਾਲ 4 ਮਹੀਨੇ, 3.5 ਮਹੀਨੇ ਦੇ ਕਰੀਬ ਪ੍ਰੋਸੈਸਿੰਗ ਟਾਈਮ। ਜਿਨ੍ਹਾਂ ਦੀ ਫਾਈਲ ਲੱਗੇ ਨੂੰ 3.5 ਮਹੀਨੇ ਹੋਏ ਨਹੀਂ ਹੈਗੇ, ਉਹ ਹਾਲੇ ਬਸ ਵਾਹਿਗੁਰੂ ਦਾ ਨਾਂ ਲੈਣ, ਅਤੇ ਹਾਲੇ ਵੇਟ ਕਰਨ ਦੀ ਜ਼ਰੂਰਤ ਹੈਗੀ ਆ। ਲੇਕਿਨ ਹੌਲੀ ਹੌਲੀ ਸਾਰਿਆਂ ਦੇ 3.5 ਮਹੀਨੇ ਪੂਰੇ ਹੋਣ ਤੋਂ 4 ਮਹੀਨੇ ਤੋਂ ਜ਼ਿਆਦਾ ਹਾਲੇ ਪ੍ਰੋਸੈਸਿੰਗ ਟਾਈਮ ਬੜੇ ਰੇਅਰ ਕੇਸਿਸ ਦਾ ਹੈਗਾ, ਆਮ ਤੌਰ 'ਤੇ 3.5 ਮਹੀਨੇ, ਵੈਲਕਮ। ਔਰ ਇੱਕ ਧਿਆਨ ਦੇਣ ਦੀ ਜ਼ਰੂਰਤ ਹੈਗੀ ਹੈ ਕਿ ਸਤੰਬਰ ਦੇ ਵਿੱਚ ਫੁੱਲ ਹੋਣ ਕਰਕੇ ਕੋਰਸਿਸ, ਜਨਵਰੀ ਦੀਆਂ ਐਡਮਿਸ਼ਨਸ ਚੱਲਦੀਆਂ ਪਈਆਂ ਨੇ, 90% ਦੇ ਕਰੀਬ ਸਤੰਬਰ ਫੁੱਲ ਹੋ ਗਿਆ ਹੈਗਾ। ਸਟੂਡੈਂਟਸ ਜਿਨ੍ਹਾਂ ਨੂੰ
ਰੈਲੇਵੈਂਟ ਪ੍ਰੋਗਰਾਮ ਕੋਈ ਮਿਲਦਾ ਪਿਆ, ਜਿਹੜੇ 10% ਕੇਸਿਸ ਨੇ ਉਹ ਠੀਕ ਹੈ, ਜਿਨ੍ਹਾਂ ਨੂੰ ਨਹੀਂ ਮਿਲਦਾ ਪਿਆ ਉਹਨਾਂ ਨੂੰ ਪੈਨਿਕ ਹੋਣ ਦੀ, ਚਿੰਤਾ ਕਰਨ ਦੀ, ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਜਨਵਰੀ ਦੀ ਜਦੋਂ ਐਡਮਿਸ਼ਨਸ ਚੱਲਦੀਆਂ ਪਈਆਂ ਨੇ ਤੇ ਜਨਵਰੀ ਦੀ ਜਲਦੀ ਹੀ ਐਡਮਿਸ਼ਨਸ ਕਰਵਾ ਲੈਣੀਆਂ ਚਾਹੀਦੀਆਂ। ਹਾਲੇ ਸਾਡੇ ਕੋਲ ਵੀ ਔਰ ਸਾਰੇ ਜਿਹੜੇ ਕੈਨੇਡਾ ਦੀ ਐਪਲੀਕੇਸ਼ਨਸ ਬਹੁਤ ਹਾਈ ਜ਼ਿਆਦਾ ਆਉਂਦੀਆਂ ਪਈਆਂ ਨੇ ਐਪਲੀਕੇਸ਼ਨਸ, ਔਰ ਇਹ ਪ੍ਰੋਗਰਾਮ ਜਨਵਰੀ ਵਾਲੇ ਵੀ ਛੇਤੀ ਫੁੱਲ ਹੋ ਜਾਣੇ ਆ, ਔਰ ਅਗਰ ਲੇਟ ਕੀਤਾ ਤਾਂ ਦਿੱਕਤ ਆਏਗੀ। ਸਬਮਿਟ ਜਿਹੜੀ ਕਰਨੀ ਹੈਗੀ ਵੀਜ਼ਾ ਦੀ ਕਾਪੀ, ਅੰਬੈਸੀ ਤੋਂ ਜਿਹੜਾ ਵੀਜ਼ਾ ਆਏਗਾ ਜਾਂ ਅਪਰੂਵਲ ਲੈਟਰ ਹੈਗੀ ਹੈ ਜਾਂ ਪਾਸਪੋਰਟ ਰਿਕੁਐਸਟ ਲੈਟਰ ਹੈਗੀ ਹੈ ਜਾਂ ਬਾਅਦ ਦੇ ਵਿੱਚ ਵੀਜ਼ਾ ਲੱਗ ਕੇ ਆਉਂਦਾ ਅਤੇ ਵੀਜ਼ਾ ਅਪਰੂਵਲ ਲੈਟਰ ਜਿਹੜੀ ਹੈਗੀ ਹੈ ਇਹ ਕਾਲਜ ਨੂੰ ਭੇਜਣੀ ਹੁੰਦੀ ਹੈ। ਖਾਸ ਤੌਰ 'ਤੇ ਕੁਆਂਟਲੈਂਡ ਪੋਲੀਟੈਕਨਿਕ ਯੂਨੀਵਰਸਿਟੀ KPU ਦਾ ਤਕਰੀਬਨ ਮਹੀਨੇ ਪਹਿਲਾਂ ਦੇਣੀ ਹੁੰਦੀ ਹੈ। ਇਸ ਵਕਤ ਜਿਹੜੀ ਹੈਗੀ ਹੈ 15 ਅਪ੍ਰੈਲ ਲਾਸਟ ਡੇਟ ਹੈਗੀ ਹੈ KPU ਦੀ ਵੀਜ਼ਾ ਸਬਮਿਸ਼ਨ ਦੀ ਡੈਡਲਾਈਨ। ਇਸੇ ਤਰ੍ਹਾਂ MITT ਮੈਨੀਟੋਬਾ ਇੰਸਟੀਚਿਊਟ ਆਫ ਟ੍ਰੇਡ ਐਂਡ ਟੈਕਨੋਲੋਜੀ, ਇਹ ਵੀ ਮਹੀਨਾ ਪਹਿਲਾਂ ਇਹਨਾਂ ਨੂੰ ਡੈਡਲਾਈਨ ਇਜ਼ 1 month ਪ੍ਰਾਇਰ ਟੂ ਦ ਕਲਾਸ ਸਟਾਰਟ ਡੇਟ। ਇੱਕ ਮਹੀਨਾ ਜਦੋਂ ਰਹਿ ਜਾਂਦਾ ਕਲਾਸਾਂ ਨੂੰ, ਉਸ ਤੋਂ ਪਹਿਲਾਂ ਵੀਜ਼ਾ ਦੀ ਕਾਪੀ ਭੇਜਣੀ ਹੁੰਦੀ ਹੈ, ਨਹੀਂ ਤਾਂ ਫਿਰ ਇਹ ਆਪਾਂ ਨੂੰ ਡੈਫਰਮੈਂਟ ਲੈਣੀ ਪਏਗੀ। ਇਸੇ ਤਰੀਕੇ ਨਾਲ VCC ਜਿਹੜਾ ਹੈਗਾ ਵੈਨਕੂਵਰ ਕਮਿਊਨਿਟੀ ਕਾਲਜ ਵੈਨਕੂਵਰ ਦੇ ਵਿੱਚ, ਇਸ ਨੂੰ 6 weeks ਜਿਹੜਾ ਹੈ 1.5 ਮਹੀਨੇ ਪਹਿਲਾਂ ਵੀਜ਼ਾ ਦੀ ਕਾਪੀ ਦੇਣੀ ਪੈਂਦੀ ਹੈਗੀ ਹੈ। ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ। ਕਾਲਜਿਸ ਨੂੰ ਸਾਰਿਆਂ ਨੂੰ ਹੀ ਅਪਰੂਵਲ ਲੈਟਰ ਜਾਂ ਵੀਜ਼ਾ ਦੀ ਕਾਪੀ ਭੇਜਣੀ ਜ਼ਰੂਰੀ ਹੁੰਦੀ ਹੈ, ਤਾਂ ਹੀ ਉਹ ਸੀਟ ਰਿਜ਼ਰਵ ਕਰਦੇ ਨੇ। ਆਪਣੇ ਕੰਸਲਟੈਂਟ ਨੂੰ ਪੁੱਛ ਲੈਣਾ ਕਿ ਵੀਜ਼ਾ ਜਦੋਂ ਆਉਣਾ ਤੇ ਵੀ ਭੇਜ ਦਿੱਤੀ ਹੈ, ਕਨਫਰਮੇਸ਼ਨ ਲੈ ਲੈਣੀ ਹੈ। ਆਫਕੋਰਸ ਸਾਡੇ ਕੋਲੋਂ ਵੀ ਜਿਹੜੇ ਸਾਡੇ ਸਟਾਫ ਮੈਂਬਰ ਨੇ ਉਹਨਾਂ ਕੋਲੋਂ ਲੈ ਲੈਣੀ ਹੈ। ਔਰ ਕਾਲਜਿਸ ਦੀ ਜਿਹੜੀ ਮਈ ਦੇ ਵਿੱਚ ਜਿਹੜੀਆਂ ਕਲਾਸਾਂ ਲੱਗਣੀਆਂ ਨੇ ਇਹ ਦੇਖ ਲੈਣਾ ਹੈਗਾ। ਬਹੁਤ ਸਾਰੇ ਕਾਲਜਿਸ ਦੀ ਹਾਲੇ ਵੀ ਆਨਲਾਈਨ ਕਲਾਸਿਸ ਲੱਗਣਗੀਆਂ, ਔਰ ਅੰਬੈਸੀ ਨੇ ਮਈ ਇਨਟੇਕ ਜਿਹੜਾ ਹੈਗਾ 31 ਅਗਸਤ ਤੱਕ ਦਾ ਜਿਹੜਾ ਹੈਗਾ ਟਾਈਮ ਅਲਾਉਡ ਕੀਤਾ ਹੈਗਾ ਆਨਲਾਈਨ ਕਲਾਸਿਸ ਕਿਤੋਂ ਵੀ ਲਾਉਣ ਵਾਸਤੇ, ਭਾਵੇਂ ਕੈਨੇਡਾ ਦੇ ਵਿੱਚ ਬੈਠ ਕੇ ਜਾਂ ਕੈਨੇਡਾ ਤੋਂ ਬਾਹਰ ਬੈਠ ਕੇ। ਸੋ ਉਹ ਆਪਾਂ ਨੂੰ ਅਲਾਉਡ ਹੈਗਾ ਸਟੂਡੈਂਟਸ ਨੂੰ, ਨੋ ਪ੍ਰੋਬਲਮ। ਲੇਕਿਨ ਕਾਲਜਿਸ ਦਾ ਅਲੱਗ-ਅਲੱਗ ਹਿਸਾਬ ਹੈਗਾ ਕਿ ਕੁਝ ਕੋਰਸਿਸ ਜਿਹੜੇ ਨੇ ਆਨਲਾਈਨ ਲਗਾਉਣਗੇ, ਕੁਝ ਆਫਲਾਈਨ ਦਾ ਮਤਲਬ ਇਨ ਪਰਸਨ ਕਲਾਸਿਸ ਵੀ ਲਾ ਸਕਦੇ ਨੇ। ਦੇਖਣ ਦੀ ਜ਼ਰੂਰਤ ਹੈਗੀ ਹੈ ਤੁਹਾਡਾ ਪ੍ਰੋਗਰਾਮ ਜਿਹੜਾ ਖਾਸ ਤੌਰ 'ਤੇ। ਔਰ ਕੁਝ ਖਾਸ ਪ੍ਰੋਗਰਾਮਸ ਹੁੰਦੇ ਨੇ ਜਿਸ ਤਰ੍ਹਾਂ ਕਿ ਫਿਜ਼ੀਓਥੈਰੇਪੀ ਦਾ ਕੋਰਸ ਹੈ ਜਾਂ ਹੋਰ ਮੈਡੀਕਲ ਦੇ ਪ੍ਰੋਗਰਾਮ ਨੇ, ਕਾਫੀ ਸਾਰੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਇਨ ਪਰਸਨ ਜਿਹੜੀ ਹੈ ਕਲਾਸਿਸ ਦੇ ਵਿੱਚ ਫਿਜ਼ੀਕਲ ਜਿਹੜਾ ਅਪੀਅਰੈਂਸ, ਜਿਹੜੀ ਫਿਜ਼ੀਕਲ ਜਿਹੜੀ ਹੈ ਪ੍ਰੈਜ਼ੈਂਸ ਜਿਹੜੀ ਹੈਗੀ ਆ ਉਹ ਜ਼ਰੂਰੀ ਹੁੰਦੀ ਹੈ। ਅਤੇ ਤੁਹਾਨੂੰ ਇਹ ਦੇਖਣ ਦੀ ਜ਼ਰੂਰਤ ਹੈ ਕਿ ਸਟੂਡੈਂਟਸ ਜਿਹੜੇ ਮਈ ਇਨਟੇਕ ਵਾਸਤੇ ਆ ਰਹੇ ਨੇ ਉਹਨਾਂ ਨੂੰ ਉਹਨਾਂ ਦਾ ਕੋਰਸ ਜਿਹੜਾ ਹੈਗਾ ਆਨਲਾਈਨ ਹੈਗਾ ਕਿ ਆਫਲਾਈਨ ਹੈਗਾ। ਔਰ ਉਹ ਜੇ ਹਾਲੇ ਤੁਹਾਡਾ ਰਿਜ਼ਲਟ ਨਹੀਂ ਵੀ ਆਇਆ, ਅੰਬੈਸੀ ਦੇ ਵਿੱਚ ਵੀ ਫਾਈਲ ਲੱਗੀ ਹੋਈ ਹੈ, ਤਦ ਵੀ ਬਹੁਤ ਸਾਰੇ ਕਾਲਜਿਸ ਅਲਾਓ ਕਰਦੇ ਨੇ ਆਨਲਾਈਨ ਕਲਾਸਿਸ ਲਾਉਣਾ। ਲੇਕਿਨ ਇਹ ਦੇਖਣਾ ਹੈਗਾ ਕਿ ਜੇ ਕੱਲ੍ਹ ਨੂੰ ਰਿਫਿਊਜ਼ ਹੋ ਗਿਆ, ਕਿਉਂਕਿ ਇੱਕ ਅਨਫੋਰਚੂਨੇਟ ਚੀਜ਼ ਹੈਗੀ ਹੈ ਜਿਹੜੀ ਦੱਸਣ ਵਾਲੀ ਹੈਗੀ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਕੁਝ ਕਾਰਨਾਂ ਕਰਕੇ ਕੁਝ ਕੇਸਿਸ ਦਾ ਮਤਲਬ 100 ਦੇ ਵਿੱਚੋਂ 5, 7, 10 ਕੇਸਿਸ ਜਿਹੜੇ ਨੇ ਅਨਐਕਸਪੈਕਟਡ ਰਿਫਿਊਜ਼ਲਸ ਦਾ ਮਤਲਬ ਜਿਨ੍ਹਾਂ ਦਾ ਸਵਾਲ ਹੀ ਨਹੀਂ ਹੁੰਦਾ ਰਿਫਿਊਜ਼ਲ ਹੁੰਦਾ, 80%, 85%, 88% ਜਿਹੜੇ ਲੱਗਣਾ ਹੀ ਲੱਗਣਾ ਸੀ, ਪੱਕਾ ਵੀਜ਼ਾ ਲੱਗਣਾ ਸੀ, ਇਹੋ ਜਿਹਾ ਸਾਨੂੰ ਪਤਾ ਹੁੰਦਾ ਪਹਿਲਾਂ ਦੇ ਐਕਸਪੀਰੀਅੰਸ ਤੋਂ। ਉਹ ਸਾਨੂੰ ਲੱਗਦਾ ਸੀ ਕਿ ਲੱਗੇਗਾ, ਲੇਕਿਨ ਸਾਡੇ ਕੰਸਲਟੈਂਟਸ ਦੀ ਮੀਟਿੰਗਸ ਦੇ ਵਿੱਚ ਇਹ ਡਿਸਕਸ਼ਨਸ ਜਿਹੜੀਆਂ ਹੁੰਦੀਆਂ, RCIC ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਔਰ CICC ਮੈਂਬਰਸ ਦੇ ਸਾਡੇ ਗਰੁੱਪਸ ਹੈਗੇ ਨੇ, ਉਹਦੇ ਵਿੱਚ ਸਾਡੇ ਡਿਸਕਸ਼ਨਸ ਕਿ ਕਾਫੀ ਸਾਰੇ ਇਹ ਕੰਸਲਟੈਂਟਸ ਦੇ ਕੋਲੇ ਇਸ ਤਰ੍ਹਾਂ ਦੇ ਚੰਗੇ ਕੇਸਾਂ ਦੀ ਰਿਫਿਊਜ਼ਲਸ ਆ ਰਹੀਆਂ ਨੇ। ਇਟ ਇਜ਼ ਵੈਰੀ ਅਨਫੋਰਚੂਨੇਟ। ਔਰ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਮਤਲਬ ਜ਼ਿਆਦਾ ਚਾਂਸ ਹੈ ਕੰਪਿਊਟਰਾਈਜ਼ਡ ਜਿਹੜੀ ਹੈਗੀ ਹੈ ਰਿਜ਼ਲਟਸ, ਕੰਪਿਊਟਰਾਈਜ਼ਡ ਟੈਸਟ ਚੈਕਿੰਗ ਆਫ ਫਾਈਲਸ ਐਂਡ ਕੰਪਿਊਟਰਾਈਜ਼ਡ ਰਿਜ਼ਲਟਸ ਦੇ ਕਰਕੇ ਲੱਗਦੀ ਪਈ ਹੈਗੀ ਹੈ। ਉਸ ਦੇ ਵਿੱਚ ਘਬਰਾਉਣ ਦੀ, ਚਿੰਤਾ ਕਰਨ ਦੀ, ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ। ਇਸ ਤਰ੍ਹਾਂ ਦੇ ਕੇਸਿਸ ਦੀ ਅਗਰ ਰਿਫਿਊਜ਼ਲ ਹੁੰਦੀ ਹੈ, ਆਪਾਂ ਦੁਬਾਰਾ ਕੇਸ ਨੂੰ ਲਗਾਵਾਂਗੇ ਅੰਬੈਸੀ ਦੇ ਵਿੱਚ ਔਰ ਉਹ ਵੀਜ਼ਾ ਪੱਕਾ ਲੱਗੇ, ਕੋਈ ਐਸੀ ਗੱਲ ਨਹੀਂ, ਚਿੰਤਾ ਨਹੀਂ, ਕਿਉਂਕਿ ਇੰਨੇ ਹਾਈ ਮਾਰਕਸ 88%, 90%। ਔਰ ਆਫਕੋਰਸ ਹੋਰ ਕੋਈ ਰੀਜ਼ਨ ਨਾ ਹੋਵੇ ਕਿ ਪਹਿਲਾਂ ਕੈਨੇਡਾ ਤੋਂ ਰਿਫਿਊਜ਼ਲ ਨਾ ਹੋਈ ਹੋਵੇ, ਦਾ ਮਤਲਬ ਵਿਜ਼ਟਰ ਵੀਜ਼ਾ ਵਗੈਰਾ ਜਿਹੜਾ ਪਹਿਲਾਂ ਕਈ ਵਾਰੀ ਬੱਚੇ ਜਦੋਂ ਸਟੂਡੈਂਟ ਜਿਹੜੇ ਬੱਚੇ ਹੁੰਦੇ ਨੇ ਉਦੋਂ ਕਿਤੇ ਲਾ ਲੈਂਦੇ ਨੇ, ਵਿਜ਼ਟਰ ਵੀਜ਼ਾ ਰਿਫਿਊਜ਼ ਹੋ ਜਾਂਦਾ, USA ਦਾ ਵਿਜ਼ਟਰ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਕੁਝ ਕਾਰਨਾਂ ਕਰਕੇ ਰਿਫਿਊਜ਼ਲ ਜੈਨੂਅਨ ਹੁੰਦੀ ਹੈ ਕਿ ਸ਼ਾਇਦ ਪਹਿਲਾਂ ਉਹਨਾਂ ਨੂੰ ਲੱਗਦਾ ਪਹਿਲਾਂ ਵੀ ਤੁਸੀਂ ਆਉਣ ਦੀ ਕੋਸ਼ਿਸ਼ ਕੀਤੀ ਸੀਗੀ ਅਤੇ ਲੱਗਦਾ ਹੈ ਕਿ ਤੁਸੀਂ ਪੜ੍ਹਨ ਵਾਸਤੇ ਨਹੀਂ ਆ ਰਹੇ। ਲੇਕਿਨ
ਫਿਰ ਦੁਬਾਰਾ ਲਗਾਈਦਾ, ਐਕਸਪਲੇਨੇਸ਼ਨ ਲੈਟਰਸ ਵੀ ਲਗਾਈ ਦੀਆਂ ਹੈਗੀਆਂ। ਔਰ ਧਿਆਨ ਨਾਲ ਜਿਹੜਾ ਹੈਗਾ ਇਹ ਜਦੋਂ ਅਸੀਂ ਫਾਈਲ ਲਗਾਉਂਦੇ ਹੈਗੇ ਹਾਂ ਅਤੇ ਦੁਬਾਰਾ ਜਦੋਂ ਲਾਉਂਦੇ ਹਾਂ ਤਾਂ ਵੀਜ਼ਾ ਆਉਂਦਾ। ਵੈਸੇ ਵੀ ਜਿਹੜੇ ਰਿਫਿਊਜ਼ਡ ਕੇਸਿਸ ਨੇ, ਅਗਰ ਉਹਨਾਂ ਦੇ ਮਾਰਕਸ ਚੰਗੇ ਨੇ ਅਤੇ ਅਗਰ ਦੇਖਣਾ ਪਏਗਾ ਕਿ ਗਲਤੀ ਤਾਂ ਨਹੀਂ ਹੋਈ ਕਿ ਜਿਸ ਤਰ੍ਹਾਂ ਕਿ ਗ੍ਰੈਜੂਏਟਸ ਨੂੰ ਪੋਸਟ ਗ੍ਰੈਜੂਏਟ ਪ੍ਰੋਗਰਾਮ ਹੀ ਦੇਣਾ ਹੈਗਾ, ਪੋਸਟ ਸੈਕੰਡਰੀ ਪ੍ਰੋਗਰਾਮ ਨਹੀਂ ਦੇਣਾ ਹੈਗਾ। ਰੈਲੇਵੈਂਟ ਹੋਣਾ ਚਾਹੀਦਾ ਪ੍ਰੋਗਰਾਮ। ਕਿਹੜੇ ਸਬਜੈਕਟਾਂ ਦੇ ਵਿੱਚ ਮਾਰਕਸ ਘੱਟ ਨੇ ਉਹਨਾਂ ਦੇ ਵਿੱਚ ਪ੍ਰੋਗਰਾਮ ਨਹੀਂ ਦੇਣਾ, ਜਿਨ੍ਹਾਂ ਦੇ ਸਬਜੈਕਟਾਂ ਵਿੱਚ ਮਾਰਕਸ ਚੰਗੇ ਨੇ ਉਹਨਾਂ ਵਿੱਚ ਉਹਨਾਂ ਦੇ ਨਾਲ ਰੈਲੇਵੈਂਟ ਪ੍ਰੋਗਰਾਮ ਦੇਣਾ ਹੈਗਾ। ਔਰ ਕੰਡੀਸ਼ਨਲ ਨਹੀਂ ਹੋਣੀ ਚਾਹੀਦੀ ਆਫਰ ਲੈਟਰ ਜਿਹੜੀ ਹੈਗੀ ਹੈ। ਅਤੇ ਇਹ ਛੋਟੇ ਛੋਟੇ ਕਈ ਲਕੂਨੇ ਨੇ। ਫੀਸ 1 ਸਾਲ ਦੀ ਭਰੀ ਹੋਣੀ ਚਾਹੀਦੀ ਹੈਗੀ ਹੈ। GIC $10,000 ਭਰਿਆ ਹੋਣਾ ਚਾਹੀਦਾ ਹੈਗਾ ਤਾਂ ਕਿ ਫਾਈਲ ਜਿਹੜੀ SDS ਦੇ ਵਿੱਚ ਲੱਗੀ ਹੋਵੇ, SDS ਦੀ ਕੰਡੀਸ਼ਨਸ ਨੂੰ ਪੂਰੀ ਕਰਦੀ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਅਗਰ ਫਾਈਲ ਲਗਾਵਾਂਗੇ ਤਾਂ ਲੱਗਣਾ ਚਾਹੀਦਾ। ਅਗਰ ਇਹ ਕੋਈ ਗਲਤੀ ਹੋਈ ਆ ਅਤੇ ਮੀਟ ਅਵਰ ਕੰਸਲਟੈਂਟ, ਜਿਹੜੀ ਸਾਡੇ ਕਾਊਂਸਲਰਸ ਮੈਨੇਜਰਸ ਨੇ, ਉਹਨਾਂ ਨੂੰ ਕੰਸਲਟ ਕਰ ਲਓ। ਔਰ ਡੈਫੀਨੇਟਲੀ ਬਹੁਤ ਸਾਰੇ ਰਿਫਿਊਜ਼ਡ ਕੇਸਿਸ ਦੇ ਜ਼ਿਆਦਾਤਰ ਵੀਜ਼ੇ ਆਉਂਦੇ ਨੇ। ਔਰ ਕੱਲ੍ਹ ਮੈਂ ਦੇਖਿਆ ਕਿ ਇੱਕ ਸਟੂਡੈਂਟ ਦੇ ਦੇ ਵਿੱਚ ਇੱਕ ਸਬਜੈਕਟ ਵਿੱਚ 49 ਆਊਟ ਆਫ 100 ਸੀਗੇ, ਉਸ ਦੇ ਵੀ ਵੀਜ਼ਾ ਉਹ ਆਇਆ ਸੀਗਾ। ਕੋਈ ਐਸੀ ਗੱਲ ਨਹੀਂ ਹੈਗੀ। ਬਟ ਜੇ ਬਹੁਤ ਜ਼ਿਆਦਾ ਵੀਕ ਕੇਸਿਸ ਹੈਗੇ ਨੇ ਤਾਂ ਹੋ ਸਕਦਾ ਅਸੀਂ ਉਹ ਕੇਸਿਸ ਨਾ ਲਈਏ, ਲੇਕਿਨ ਸਾਨੂੰ ਇਹ ਪਤਾ ਹੁੰਦਾ ਵੀ ਇਹਦੇ 10%, 20%, 30% ਘੱਟ ਚਾਂਸ ਨੇ, ਲੇਕਿਨ ਹੈਗੇ ਨੇ, ਐਲੀਜੀਬਲ ਹੈਗਾ ਸਟੂਡੈਂਟ ਅਤੇ ਅਪਲਾਈ ਕਰ ਸਕਦਾ ਹੈਗਾ। ਅਤੇ ਹੋ ਸਕਦਾ ਅਸੀਂ ਨਾ ਲਈਏ ਕੇਸ, ਅਸੀਂ ਸਾਫ਼ ਨਾ ਕਰ ਸਕਦੇ ਹਾਂ ਕਿਉਂਕਿ ਬਹੁਤ ਲੋ ਸਕਸੈਸ ਰੇਟ ਹੈ। ਕਿਉਂਕਿ ਕਈ ਵਾਰੀ ਅਸੀਂ ਇਹ ਵੀ ਦੇਖਿਆ ਹੈਗਾ ਕਿ ਲੋ ਸਕਸੈਸ ਰੇਟ ਜਿਹੜੇ ਵੀਕ ਕੇਸ ਹੋਣ ਦੇ ਬਾਵਜੂਦ ਅਸੀਂ ਵੀ ਟਰਾਈ ਅਵਰ ਬੈਸਟ ਐਂਡ ਓਨੈਸਟੀ ਟਰਾਂਸਪੇਰੈਂਸੀ ਦੇ ਸਭ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਨਹੀਂ ਲੱਗਦਾ ਤਾਂ ਕਈ ਵਾਰੀ ਜਿਹੜੇ ਸਟੂਡੈਂਟਸ ਨੇ ਜਾਂ ਐਪਲੀਕੈਂਟ ਨੇ ਪੈਨਿਕ ਹੋ ਜਾਂਦੇ ਨੇ, ਘਬਰਾ ਜਾਂਦੇ ਨੇ ਔਰ ਕਈ ਵਾਰੀ ਬਲੇਮ ਵੀ ਕਰਦੇ ਨੇ। ਅਤੇ ਇਸ ਕਰਕੇ ਅਸੀਂ ਰੀਸੈਂਟਲੀ ਦੇਖਿਆ ਕਿ ਰਸ਼ ਹੈਗਾ ਹੀ ਹੈ ਐਪਲੀਕੇਸ਼ਨਸ ਦਾ, ਕਾਫੀ ਜ਼ਿਆਦਾ ਫਾਈਲਸ ਹੈਗੀਆਂ ਨੇ। ਔਰ ਉਸ ਦੇ ਵਿੱਚ ਜਿਹੜੇ ਜ਼ਿਆਦਾ ਵੀਕ ਕੇਸਿਸ ਨੇ ਉਹਨਾਂ ਨੂੰ ਅਵੋਇਡ ਕਰਦੇ ਪਏ ਹੈਗੇ ਆ। ਔਰ ਉਹ ਕਿਤੇ ਹੋਰ ਵੀ ਡੈਫੀਨੇਟਲੀ ਜਾ ਕੇ ਲਗਵਾ ਸਕਦੇ ਨੇ। ਬਟ ਜਿਹੜੇ ਠੀਕ ਕੇਸਿਸ ਨੇ, ਹਾਈ ਸਕਸੈਸ ਰੇਟ ਦੇ ਚਾਂਸ ਨੇ, ਉਹਨਾਂ ਨੂੰ ਖਾਸ ਤੌਰ 'ਤੇ ਵਾਰਮ ਵੈਲਕਮ। ਔਰ ਉਹਨਾਂ ਨੂੰ ਅਸੀਂ ਪਰਸਨਲ ਕੇਅਰ ਦੇ ਨਾਲ, ਔਰ ਉਹੀ ਕਿ ਬੜੀ ਚੰਗੀ ਗੱਲ ਹੈ ਜਿਹੜੀ ਕਿ ਰੇਅਰ ਟੂ ਫਾਈਂਡ ਹੈਗੀ ਹੈ ਕਿ ਘੱਟ ਮਿਲਣ ਵਾਲੀ ਚੀਜ਼ ਹੈਗੀ ਹੈ, ਓਨੈਸਟੀ ਟਰਾਂਸਪੇਰੈਂਸੀ ਦੇ ਨਾਲ ਖਿਆਲ। ਔਰ ਇੱਕ ਹੋਰ ਯਾਦ ਦਵਾ ਦਈਏ, CICC ਮੈਂਬਰਸ ਹੀ ਲੀਗਲੀ ਆਥੋਰਾਈਜ਼ ਨੇ ਕੈਨੇਡਾ ਗੌਰਮੈਂਟ, ਕੈਨੇਡਾ ਅੰਬੈਸੀ ਤੋਂ। ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਨਾਮ ਬਹੁਤ ਸਾਰੇ ਟੈਸਟ ਦੇ ਕੇ ਔਰ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਹੀ CICC ਮੈਂਬਰਸ ਹੋ ਸਕਦੇ ਨੇ। ਔਰ ਇਸ ਤਰੀਕੇ ਨਾਲ ਜਿਹੜੀ ਕੈਨੇਡੀਅਨ ਅੰਬੈਸੀ ਦੀ ਵੈਬਸਾਈਟ 'ਤੇ ਨਾਮ ਦੇਖ ਸਕਦੇ ਹੈਗੇ ਆ। ਮੇਰਾ ਨਾਂ ਜਿਹੜਾ ਹੈ ਰਵੀ ਗਰਗ ਜਿਹੜਾ ਹੈ ਦੇਖਿਆ ਜਾ ਸਕਦਾ CICC ਮੈਂਬਰਸ ਦੀ ਲਿਸਟ ਦੇ ਵਿੱਚ। CICC ਜਿਹੜੀ ਕੈਨੇਡੀਅਨ ਗੌਰਮੈਂਟ ਦੀ ਡੈਜ਼ੀਗਨੇਟਡ ਬੋਡੀ ਆ, ਉਸ ਦੀ ਵੀ ਵੈਬਸਾਈਟ ਹੈਗੀ ਹੈ, ਉੱਥੇ ਵੀ ਇਹ ਨਾਂ ਦੇਖਿਆ ਜਾ ਸਕਦਾ ਹੈਗਾ। ਇੱਕ ਜਿਸ ਤਰ੍ਹਾਂ ਕਿ ਬੜਾ ਅੱਛਾ ਲੱਗਦਾ, ਮੈਂ ਇਹ ਗੱਲਾਂ ਕੀਤੀਆਂ ਕਿ ਕੱਲ੍ਹ ਮੇਰੇ ਸਟਾਫ ਨੇ ਦੱਸਿਆ ਲੁਧਿਆਣੇ ਵਿੱਚ ਕੋਈ ਲੇਡੀ ਆਈ ਸੀਗੀ ਔਰ ਉਹ ਬੜੀ ਇਮੋਸ਼ਨਲ ਹੋਈ ਕਿ ਮੇਰੀ ਬੱਚੀ ਜਿਹੜੀ ਹੈਗੀ 18 ਸਾਲ ਦੀ ਸੀਗੀ ਔਰ ਛੋਟੀ ਸੀਗੀ ਔਰ ਉਸਨੂੰ ਅਸੀਂ ਕੈਨੇਡਾ ਭੇਜਿਆ ਪੜ੍ਹਨ ਵਾਸਤੇ। ਉੱਥੇ ਪਾਇਨੀਅਰ ਇਮੀਗ੍ਰੇਸ਼ਨ ਨੇ ਵੀਜ਼ਾ ਵੀ ਲੈ ਕੇ ਦਿੱਤਾ, ਉੱਥੇ ਜਾ ਕੇ ਕੇਅਰ ਵੀ ਕੀਤੀ ਉਹਦੀ। ਕੋਈ ਪ੍ਰੋਬਲਮਸ ਆਈਆਂ ਥੋੜ੍ਹੀ ਜਿਹੀਆਂ ਕੈਨੇਡਾ ਦੇ ਵਿੱਚ ਔਰ ਪਾਇਨੀਅਰ ਇਮੀਗ੍ਰੇਸ਼ਨ ਨੇ ਕੇਅਰ ਕੀਤੀ ਔਰ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੋਣ ਦਿੱਤੀ। ਔਰ ਉਹ ਲੇਡੀ ਜਿਹੜੀ ਹੈਗੀ ਆ ਆਪਣੇ ਵਿਜ਼ਟਰ ਵੀਜ਼ਾ ਵਾਸਤੇ ਹਾਲਾਂਕਿ ਆਈ ਸੀਗੀ, ਲੇਕਿਨ ਇਮੋਸ਼ਨਲ ਹੋ ਗਈ ਔਰ ਭਾਵੁਕ ਹੋ ਗਈ ਔਰ ਰੋਣ ਵੀ ਲੱਗੀ। ਅਤੇ ਉਹ ਸਟਾਫ ਨੇ ਦੱਸਿਆ ਕਿ ਇਹ ਇਸ ਤਰ੍ਹਾਂ ਹੋਇਆ। ਅਤੇ ਇਹ ਸਾਡੇ ਨਾਲ ਤਾਂ ਇਹ ਆਮ ਚੀਜ਼ ਹੈਗੀ ਹੈ ਕਿ ਬਹੁਤ ਸਾਰੇ ਲੋਕ ਭਾਵੁਕ ਹੁੰਦੇ ਨੇ ਔਰ ਅਟੈਚਮੈਂਟ ਕਰਦੇ ਨੇ। ਔਰ ਅੱਜ ਜਿਹੜੀ ਪਾਇਨੀਅਰ ਇਮੀਗ੍ਰੇਸ਼ਨ ਨੂੰ ਆਲਮੋਸਟ 20 ਈਅਰਸ ਦੇ ਕਰੀਬ ਹੋ ਚੱਲੇ ਨੇ ਅਤੇ ਇੰਨੇ ਸਾਰੇ ਹਜ਼ਾਰਾਂ ਕੰਸਲਟੈਂਟਸ ਨੂੰ ਇੰਨੀਆਂ ਵਧੀਆ ਜੈਨੂਅਨ ਰੱਬ ਦੇ ਬੰਦੇ ਬਣ ਕੇ ਸੇਵਾਵਾਂ ਦਿੱਤੀਆਂ ਕਿ ਉਹ ਜਿਹੜਾ ਹੈ ਖੁਸ਼ੀ ਮਹਿਸੂਸ ਕਰਦੇ ਨੇ, ਆਪਣਾਪਨ ਮਹਿਸੂਸ ਕਰਦੇ ਨੇ, ਸੇਫ ਫੀਲ ਕਰਦੇ ਨੇ। ਦਾ ਮਤਲਬ ਇਹ ਕਿ ਉਹਨਾਂ ਨਾਲ ਕੋਈ ਵੀ ਗੜਬੜ ਹੋਣ ਦਾ, ਕੋਈ ਵੀ ਗਲਤ ਮਲਤ ਕੰਮ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਔਰ ਇਹ ਐਕਚੁਅਲੀ ਜਿਹੜੀ ਆ ਪਾਇਨੀਅਰ ਇਮੀਗ੍ਰੇਸ਼ਨ ਦੀ ਕੀ ਗੱਲ ਕਰੀਏ, ਰਵੀ ਗਰਗ ਜਿਹੜੇ ਆ ਮੇਰੇ ਵੱਲੋਂ, ਮੇਰੀ ਜਾਂ ਸਾਡੇ ਕੰਪਨੀ ਦੀ ਕੀ ਗੱਲ ਕਰੀਏ, ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਰੱਬ ਦੇ ਬੰਦੇ ਬਣ ਕੇ, ਖਾਸ ਤੌਰ 'ਤੇ ਇੰਡੀਆ ਦੀ ਜਿਹੜੀ ਭਾਰਤ ਦੀ ਧਰਤੀ 'ਤੇ ਬੈਠ ਕੇ ਔਰ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਜਿਹੜੀਆਂ ਗੁਰੂਆਂ ਦੀ ਇੰਨੀ
ਸਾਫ ਸੁਥਰੀ ਧਰਤੀ ਹੈ ਜਿੱਥੇ ਕਿ ਗੁਰੂਆਂ ਨੇ ਇੰਨਾ ਕੁਝ ਸਿਖਾਇਆ, ਗੁਰਬਾਣੀ 'ਚ ਇੰਨਾ ਕੁਝ ਲਿਖਿਆ, ਪੜ੍ਹਿਆ, ਸੁਣਿਆ ਅਸੀਂ, ਉੱਥੇ ਵੀ ਅਗਰ ਕੁਝ ਗਲਤ ਹੋਵੇ ਤਾਂ ਬੜੀ ਮਾੜੀ ਗੱਲ ਹੈਗੀ ਹੈ। ਇਹਦਾ ਮਤਲਬ ਇਹ ਕਿ ਸਾਡਾ ਸਾਰਿਆਂ ਦਾ ਫਰਜ਼ ਹੈਗਾ ਕਿ ਇਹ ਸਾਰੀਆਂ ਚੰਗੀਆਂ ਸੇਵਾਵਾਂ, ਇਨਸਾਨੀਅਤ ਦੀ ਸੇਵਾ ਕਰੀਏ। ਸੋ ਇੱਕ ਨਵਾਂ ਕੁਐਸਚਨ ਕਿ 1+1 ਦੇ ਵਿੱਚ ਕਈ ਵਾਰੀ ਸਟੂਡੈਂਟਸ ਨੂੰ, ਜਿਸ ਤਰ੍ਹਾਂ ਮੈਂ ਕਿਹਾ, ਰਸ਼ ਹੈਗਾ, ਸਤੰਬਰ ਦੇ ਵਿੱਚ ਸੀਟਾਂ ਨਹੀਂ ਮਿਲਦੀਆਂ ਪਈਆਂ। ਕਈ ਵਾਰੀ ਸਟੂਡੈਂਟਸ ਸੋਚਦੇ ਆ ਕਿ 2 ਸਾਲ ਦਾ ਕੋਰਸ ਲੈ ਲਈਏ ਅਤੇ 1 ਸਾਲ ਦਾ ਲੈਣਾ ਚਾਹੀਦਾ ਹੈ ਕਿ ਨਹੀਂ। ਇਹ ਮੇਰੇ ਕੋਲ ਕੁਐਸਚਨ ਆ ਰਿਹਾ ਹੈਗਾ ਅਤੇ ਡੈਫੀਨੇਟਲੀ ਕੋਈ ਪ੍ਰੋਬਲਮ ਨਹੀਂ ਹੈਗੀ ਹੈ। 12ਵੀਂ ਤੋਂ ਬਾਅਦ ਤਾਂ ਅਸੀਂ ਨਹੀਂ ਐਡਵਾਈਜ਼ ਕਰਦੇ, 2 ਸਾਲ ਦਾ ਹੀ ਲੈਣਾ ਹੈ, ਔਰ ਜ਼ਿਆਦਾਤਰ 2 ਸਾਲ ਦਾ ਹੀ ਮਿਲਦੇ, 1 ਸਾਲ ਦੇ ਬਹੁਤ ਘੱਟ ਕੋਰਸ ਨੇ। ਲੇਕਿਨ ਗ੍ਰੈਜੂਏਸ਼ਨ ਤੋਂ ਬਾਅਦ 1 ਸਾਲ ਦਾ ਵੀ ਲਿੱਤਾ ਜਾ ਸਕਦਾ, ਕੋਈ ਪ੍ਰੋਬਲਮ ਨਹੀਂ। ਔਰ 1 ਸਾਲ ਦਾ ਜਦੋਂ ਲਵਾਂਗੇ ਤਾਂ ਸਟੱਡੀ ਪਰਮਿਟ ਵੀ 1 ਸਾਲ ਦਾ ਮਿਲੇਗਾ। ਲੇਕਿਨ ਇੱਥੇ ਕੈਨੇਡਾ ਦੇ ਵਿੱਚ ਪੜ੍ਹਨ ਤੋਂ ਬਾਅਦ ਵਰਕ ਪਰਮਿਟ ਨਹੀਂ ਲੈਣਾ, ਫਿਰ 1 ਸਾਲ ਦਾ ਮਿਲੇਗਾ। PR ਔਖੀ ਹੋਏਗੀ। 1 ਸਾਲ ਦਾ ਲੈਣ ਤੋਂ ਬਾਅਦ 1 ਸਾਲ ਦੇ ਹੋਰ ਕੋਰਸ ਦੇ ਵਿੱਚ ਐਡਮਿਸ਼ਨ ਔਰ ਐਮਬੈਸੀ 'ਚ ਭੇਜਾਂਗੇ ਸਟੱਡੀ ਪਰਮਿਟ ਐਕਸਟੈਂਸ਼ਨ, ਜਿਸ ਦੀ ਕੋਈ ਤਕਲੀਫ ਨਹੀਂ, ਦਿੱਕਤ ਨਹੀਂ। ਔਰ 1+1 ਦਾ ਮਤਲਬ 1 ਸਾਲ ਦੇ 2 ਕੋਰਸ ਪੜ੍ਹਨ ਤੋਂ ਬਾਅਦ ਵੀ 3 ਸਾਲ ਦਾ ਵਰਕ ਪਰਮਿਟ ਮਿਲੇਗਾ, ਜਿਸ ਤਰ੍ਹਾਂ ਕਿ 2 ਸਾਲ ਦੀ ਪੜ੍ਹਾਈ ਤੋਂ ਬਾਅਦ ਵੀ 3 ਸਾਲ ਦਾ ਮਿਲਦਾ ਹੈ। ਇੱਕ ਹੋਰ ਜਿਹੜੀ ਹੈ, ਮੈਂ ਜਿਹੜੀ ਸਪਾਊਸ ਵੀਜ਼ਾ ਵਾਸਤੇ ਡੈਫੀਨੇਟਲੀ ਮੈਂ ਪਰਸਨਲੀ ਇਹ ਐਡਵਾਈਸ ਕਰਦਾ ਕਿ 2 ਸਾਲ ਦਾ ਕੋਰਸ ਲੈਣਾ ਚਾਹੀਦਾ ਜਿਨ੍ਹਾਂ ਨੇ ਸਪਾਊਸ ਵੀਜ਼ਾ ਲਗਵਾਉਣਾ ਹੈਗਾ, ਕਿਉਂਕਿ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਅੱਜ ਕੱਲ੍ਹ ਥੋੜ੍ਹਾ ਜਿਹਾ ਜਿਸ ਤਰ੍ਹਾਂ ਲੰਬਾ ਹੈਗਾ, ਅਤੇ 2 ਸਾਲ ਦੇ ਕੋਰਸ ਦੇ ਨਾਲ ਇਹ ਵੀਜ਼ਾ ਲੈਣਾ ਸੌਖਾ ਹੋ ਸਕਦਾ ਹੈਗਾ। ਇਸ ਵਕਤ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਦੀ ਜਿਹੜੀ ਹੈਗੀ ਹੈ ਉਹ ਪਰਸੋਂ ਦੀ ਗੱਲ ਹੈਗੀ ਹੈ ਕਿ 2 ਸਾਲ ਪਹਿਲਾਂ ਅਪਲਾਈ ਕੀਤਾ ਹੋਇਆ ਵਿਜ਼ਟਰ ਵੀਜ਼ਾ ਦਾ ਰਿਜ਼ਲਟ ਆਇਆ, ਇਹਦੇ ਵਿੱਚ ਵੀਜ਼ਾ ਆਇਆ ਅਤੇ 6 ਮਹੀਨੇ 8 ਮਹੀਨੇ ਕੁਝ ਕੇਸਿਸ ਪੁਰਾਣੇ ਪੈਂਡਿੰਗ ਪਏ ਨੇ, ਉਹ ਸਾਰੇ ਐਮਬੈਸੀ ਨੇ ਕੱਢਣੇ ਸ਼ੁਰੂ ਕਰ ਦਿੱਤੇ ਹੈਗੇ ਹੈ, ਸੁਪਰ ਵੀਜ਼ਾ ਔਰ ਸਪਾਊਸ ਵੀਜ਼ਾ ਔਰ ਵਿਜ਼ਟਰ ਵੀਜ਼ਾ। ਸੋ ਇਹ ਕਾਫੀ ਸਾਰੇ ਕੇਸਿਸ ਦੇ ਵੀਜ਼ੇ ਆਉਂਦੇ ਪਏ ਹੈਗੇ ਆ। ਆਫਕੋਰਸ ਡਿਪੈਂਡਸ ਔਨ ਯੂਅਰ ਕੇਸ ਟੂ ਕੇਸ ਜਿਹੜਾ ਹੈਗਾ ਦੇਖਣਾ ਪੈਣਾ ਹੈਗਾ ਕਿ ਕੁਝ ਕੇਸਿਸ ਦੇ ਆਫਕੋਰਸ ਜਿਹੜੇ ਹੈ ਇਸ ਦਾ ਵੀ ਧਿਆਨ ਰੱਖਣਾ ਪਏਗਾ ਕਿ ਇਹ ਸਾਰੇ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਦਾ ਮਤਲਬ ਹੈ ਕਿ ਜਿਹੜੇ ਸੁਪਰ ਵੀਜ਼ਾ ਹੈਗਾ, ਸਪਾਊਸ ਵੀਜ਼ਾ ਹੈਗਾ ਜਾਂ ਵਿਜ਼ਟਰ ਵੀਜ਼ਾ ਹੈਗਾ, ਇਹਨਾਂ ਨੂੰ 6 ਮੰਥ ਓਲਡ ਫੰਡਸ ਦੀ ਜ਼ਰੂਰਤ ਹੁੰਦੀ ਹੈ ਬੈਂਕ ਦੇ ਵਿੱਚ, ਕਿੰਨੇ ਪੈਸੇ ਪਏ ਨੇ ਔਰ ਕਿੰਨੇ ਪੁਰਾਣੇ ਨੇ, ਇਹ 2 ਚੀਜ਼ਾਂ। ਔਰ ਇਨਕਮ ਵੀ ਦਿਖਾਉਣੀ ਹੁੰਦੀ ਹੈ। ਇਸ ਨੂੰ ਕਈ ਵਾਰੀ ਜਿਹੜੇ ਲੋਕ ਪੈਸੇ ਘਰੇ ਰੱਖ ਲੈਂਦੇ ਨੇ ਕੈਸ਼, ਅਤੇ ਬੈਂਕ ਵਿੱਚ ਨਹੀਂ ਪਾਉਂਦੇ ਜਾਂ ਪੁਰਾਣੇ ਫੰਡਸ ਨਹੀਂ ਹੋਣ ਦਿੰਦੇ ਔਰ ਆਈ ਚਲਾਈ ਔਰ ਖਰਚੇ ਕਰ ਲੈਂਦੇ ਆ। ਸੋ ਇਹ ਜਿਹੜਾ ਹੈ ਪ੍ਰੀ ਪਲਾਨ ਕਰਨਾ ਪੈਣਾ ਹੈ ਤੁਹਾਨੂੰ। ਜਿਨ੍ਹਾਂ ਨੇ ਵੀਜ਼ਾ ਅਪਲਾਈ ਕਰਨਾ ਇਸ ਤਰ੍ਹਾਂ ਦਾ, ਉਹਨਾਂ ਨੂੰ ਪਹਿਲਾਂ ਹੀ ਪਲਾਨ ਕਰਨਾ ਪੈਣਾ। ਆਫਕੋਰਸ ਸਟੱਡੀ ਵੀਜ਼ਾ ਵਾਸਤੇ ਪੁਰਾਣੇ ਫੰਡਸ ਦੀ ਜ਼ਰੂਰਤ ਨਹੀਂ ਹੈਗੀ, ਜਿਸ ਤਰ੍ਹਾਂ ਮਰਜ਼ੀ ਜਿੱਥੋਂ ਮਰਜ਼ੀ ਦੇ ਫੰਡਸ ਹੋਣ। ਔਰ 1 ਸਾਲ ਦੀ ਫੀਸ ਔਰ $10,000 GIC, ਤਕਰੀਬਨ ਕੋਈ 12 ਤੋਂ 15 ਲੱਖ ਰੁਪਏ ਦੇ ਕਰੀਬ ਦਾ ਖਰਚਾ ਹੁੰਦਾ। ਜਿਹੜੇ ਲੋਕ ਨਹੀਂ ਅਫੋਰਡ ਕਰਦੇ ਉਹ ਸਾਡੇ ਆਫਿਸ ਵਿੱਚ ਕਾਊਂਸਲਰਸ ਨਾਲ ਗੱਲ ਕਰਨ ਕਿ ਘੱਟ ਫੀਸ ਵਾਲੇ ਕਾਲਜਿਸ ਔਰ ਕੋਰਸਿਸ ਦੱਸਣ, ਅਤੇ ਅਸੀਂ ਉਹਨਾਂ ਨੂੰ ਖਾਸ ਤੌਰ 'ਤੇ ਦੱਸਦੇ ਹੈਗੇ ਹਾਂ। ਕਈ ਕੋਰਸਿਸ ਦੀ ਫੀਸ ਜਿਸ ਤਰ੍ਹਾਂ 1 ਸਾਲ ਦੀ 10 ਲੱਖ, 2 ਸਾਲ ਦੀ 20 ਲੱਖ ਫੀਸ ਹੁੰਦੀ ਹੈ। ਕਈ ਕਾਲਜਿਸ ਦੇ ਵਿੱਚ 2 ਸਾਲ ਦੀ ਫੀਸ 15 ਲੱਖ ਦੇ ਕਰੀਬ ਅਤੇ 5 ਲੱਖ ਰੁਪਏ ਦਾ ਬੈਨੀਫਿਟ। ਸੋ ਉਹ ਅਸੀਂ ਹਰ ਇੱਕ ਚੀਜ਼ 'ਤੇ ਨਿਗਾਹ ਹੁੰਦੀ ਹੈ, ਕਿਹੜੇ ਕਾਲਜ ਦੀ ਕਿਹੜੇ ਕੋਰਸ ਦੀ ਕਿੰਨੀ ਫੀਸ ਹੈ ਤੁਹਾਡੀ ਖਿਆਲ ਕਰਕੇ ਤੁਹਾਡੀ ਸੇਵਾ ਦੇ ਵਿੱਚ ਖਾਸ ਧਿਆਨ ਅਸੀਂ ਰੱਖਦੇ ਹੈਗੇ ਇਹਨਾਂ ਚੀਜ਼ਾਂ ਦਾ। ਇੱਕ ਹੋਰ ਧਿਆਨ ਕਿ DLI ਕਾਲਜਿਸ ਜਿਹੜੇ ਨੇ ਸਾਰੇ ਵਰਕ ਪਰਮਿਟ ਵਾਸਤੇ ਅਲਾਊਡ ਨਹੀਂ ਹੁੰਦੇ, ਉਹਨਾਂ ਨੂੰ ਵਰਕ ਪਰਮਿਟ, ਪੋਸਟ ਗ੍ਰੈਜੂਏਟ ਵਰਕ ਪਰਮਿਟ ਅਲਾਊਡ ਨਹੀਂ ਹੁੰਦਾ। ਅਤੇ ਇਸ ਕਰਕੇ ਸਟੂਡੈਂਟਸ ਇਹ ਧਿਆਨ ਰੱਖਣ ਕਿ ਅਗਰ ਉਹ ਇਹੋ ਜਿਹੇ DLI ਵਿੱਚ ਅਪਲਾਈ ਕਰਨਗੇ ਜਿੱਥੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਲਾਊਡ ਨਹੀਂ, ਬਾਅਦ ਵਿੱਚ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਣਾ। ਕਿਹੜੇ ਕਾਲਜ ਵਿੱਚ ਮਿਲਣਾ ਹੈ, ਕਿਹੜੇ 'ਚ ਨਹੀਂ ਮਿਲਣਾ, ਇਹ ਜਿਹੜਾ ਹੈਗਾ ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਦਿੱਤਾ ਹੈਗਾ। ਗੂਗਲ ਦੇ ਉੱਪਰ ਲਿਖਣਾ ਹੈਗਾ DLI ਲਿਸਟ ਕੈਨੇਡਾ, ਉੱਥੇ ਜੇ ਆਪਾਂ ਸਰਚ ਕਰਾਂਗੇ ਤਾਂ ਇਹ ਲਿਸਟ ਆ ਜਾਏਗੀ ਕਿਹੜੇ ਕਾਲਜ ਵਿੱਚ ਮਿਲਣਾ ਹੈ, ਕਿਹੜੇ ਵਿੱਚ ਨਹੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਾ। ਸੋ ਰਿਫਿਊਜ਼ਡ ਕੇਸਿਸ ਜਿਹੜੇ ਨੇ, ਅਗੇਨ ਮੈਂ ਰਿਮਾਈਂਡ ਕਰਵਾਉਣਾ ਚਾਹੁੰਦਾ, ਕੋਈ ਡਰਨ ਦੀ, ਚਿੰਤਾ ਕਰਨ ਦੀ, ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ। ਸਾਡੇ ਆਫਿਸ ਵਿੱਚ ਜਾ ਕੇ ਗੱਲਬਾਤ ਕਰੋ, ਔਰ ਜੇ ਨਹੀਂ ਹੋਣ ਵਾਲਾ ਹੋਏਗਾ ਜਾਂ ਕੋਈ ਪ੍ਰੋਬਲਮ ਹੈਗੀ ਤਾਂ ਦੱਸਾਂਗੇ। ਕਿ ਜ਼ਿਆਦਾਤਰ ਕੁਛ ਅਨਐਕਸਪੈਕਟਡ ਰਿਫਿਊਜ਼ਲਸ ਵੀ, ਜਿਸ ਤਰ੍ਹਾਂ ਮੈਂ ਦੱਸਿਆ, ਆ ਰਹੀਆਂ ਨੇ। ਡਰਨ ਦੀ ਜ਼ਰੂਰਤ ਨਹੀਂ, ਸਾਨੂੰ ਡਿਸਕਸ ਕਰ ਲਓ ਔਰ ਉਸ ਦੇ ਬਾਰੇ ਵੀ ਦੱਸਾਂਗੇ। ਅਗਰ ਕੋਈ ਰੀਜ਼ਨ ਹੋਏਗਾ, ਐਕਸਪੈਕਟਡ ਰਿਫਿਊਜ਼ਲ ਦਾ ਮਤਲਬ ਇਹ ਕਿ ਨੰਬਰ ਘੱਟ ਨੇ, ਗੈਪ ਜ਼ਿਆਦਾ ਹੈ, ਕੋਈ ਹੋਰ ਪ੍ਰੋਬਲਮ ਹੈ, ਉਹ ਵੀ ਦੱਸਾਂਗੇ ਕਿ ਇਹ ਕਾਰਨ ਲੱਗਦਾ ਪਿਆ ਹੈ, ਲੇਕਿਨ ਉਸ ਨੂੰ ਅਸੀਂ ਐਡਰੈਸ ਕਰਨ ਦੀ ਕੋਸ਼ਿਸ਼ ਦਾ ਮਤਲਬ ਹੈ ਕਿ ਅੰਬੈਸੀ ਨੂੰ ਜਦੋਂ ਆਪਾਂ ਗੱਲਬਾਤ ਕਰਾਂਗੇ
ਔਰ ਦੱਸਾਂਗੇ ਕਿ ਇਹ ਕੁਛ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਕਈ ਵਾਰ ਲੀਨੀਅੰਟ ਵੀਜ਼ਾ ਆਫਿਸਰ ਦੇ ਦਿੰਦੇ ਆ, ਸਟ੍ਰਿਕਟ ਵੀਜ਼ਾ ਆਫਿਸਰ ਫਿਰ ਵੀ ਓਬਜੈਕਸ਼ਨ ਲਗਾ ਸਕਦੇ ਆ, ਬਟ ਵੈਲਕਮ ਹੈ। ਔਰ 18 ਸਾਲ ਦਾ ਤਜਰਬਾ, ਬੜਾ ਡੂੰਘਾ ਹੈਗੀਆਂ ਗੱਲਾਂ, ਬਹੁਤ ਲੰਬੀਆਂ ਚੌੜੀਆਂ, ਜਿਹੜੀਆਂ ਕਿ ਲਾਈਵ ਸੈਸ਼ਨ ਵਿੱਚ 15-20 ਮਿੰਟ ਦਾ ਜਿਹੜਾ ਲਾਈਵ ਸੈਸ਼ਨ ਹੁੰਦਾ ਹੈ ਉਸ ਦੇ ਵਿੱਚ ਕਰਨੀਆਂ ਵੀ ਮੁਸ਼ਕਿਲ ਹੁੰਦੀਆਂ ਨੇ। ਅਤੇ ਅਲੱਗ-ਅਲੱਗ ਲਾਈਵ ਸੈਸ਼ਨਸ ਦੇਖ ਲੈਣੇ ਨੇ, ਅਲੱਗ-ਅਲੱਗ ਟੌਪਿਕਸ 'ਤੇ ਗੱਲਬਾਤ ਹੁੰਦੀ ਹੈਗੀ ਹੈ। ਫੇਸਬੁੱਕ ਪੇਜ, ਇੰਸਟਾਗ੍ਰਾਮ, ਯੂਟਿਊਬ 'ਤੇ TV ਇੰਟਰਵਿਊਜ਼, ਲਾਈਵ ਸੈਸ਼ਨਸ ਅੱਡ-ਅੱਡ ਦੇਖ ਲਓ। ਔਰ ਖ਼ਾਸ ਤੌਰ 'ਤੇ ਜਿਨ੍ਹਾਂ 'ਤੇ ਪਾਇਨੀਅਰ ਇਮੀਗ੍ਰੇਸ਼ਨ ਨੇ ਬੜਾ ਮਾਣ ਔਰ ਵੈਲਿਊ ਔਰ ਬੜੀ ਕੇਅਰ ਕੀਤੀ ਹੈਗੀ ਆ, ਉਹ ਸਾਨੂੰ ਜਿਹੜਾ ਹੈ ਬੜਾ ਪਸੰਦ ਕਰਦੇ ਨੇ। ਇਸ ਗੱਲ ਦਾ ਧਿਆਨ ਰੱਖੋ ਕਿ ਇਹ ਲਾਈਵ ਸੈਸ਼ਨ ਜਿਹੜੇ ਇੰਟਰਵਿਊਜ਼ ਨੇ, ਇਸ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਕਿ ਤੁਹਾਡੇ ਫਰੈਂਡਸ, ਰਿਲੇਟਿਵਸ ਨੂੰ ਇਨਫੋਰਮੇਸ਼ਨ ਜਾ ਸਕੇ। ਔਰ ਇਹੋ ਜਿਹੀ ਚੰਗੀ ਕੰਪਨੀ, ਚੰਗੇ ਬੰਦੇ, ਓਨੈਸਟ ਔਰ ਐਕਸਪਰਟ ਔਰ ਜਿਹੜੇ ਕੇਅਰਿੰਗ, ਇਹਨਾਂ ਨੂੰ ਪ੍ਰਮੋਟ ਕਰਨਾ ਵੀ ਖਾਸ ਗੱਲ ਹੈਗੀ ਹੈ। ਔਰ ਤਾਂ ਕਿ ਲੋਕਾਂ ਦਾ ਵੀ ਫਾਇਦਾ ਹੋ ਸਕੇ ਔਰ ਕੰਪਨੀ ਦਾ ਵੀ ਬੈਨੀਫਿਟ ਹੋ ਸਕੇ। ਵੈਲਕਮ। ਔਰ ਅਗਲੇ ਸੈਟਰਡੇ ਸਵੇਰੇ ਫਿਰ 11 ਵਜੇ ਨਵੀਆਂ ਗੱਲਾਂ, ਨਵੇਂ ਟੌਪਿਕਸ ਨਾਲ ਗੱਲਬਾਤ ਕਰਾਂਗੇ। ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।